ਜਵਾਨੋ, ਅੱਜ ਬੜਾ ਭਾਰਾ ਦਿਨ ਆ। ਟੈਚੀ ਹੋ ਗਿਆ ਪੈਕ। ਇੱਕ ਮੁਸਾਫਰ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਫਸ ਗਿਆ ਸੀਗਾ, ਉਹ ਅੱਜ ਚੱਲੇ ਆ ਨਾਲ। ਉਹਦੇ ਇੱਕ ਸਪੈਸ਼ਲ ਬੰਦਾ ਵੀ ਤੁਰਨ ਲੱਗਿਆ ਕਿ ਮੁੜ ਨਾ ਆਵੇ। ਨਵੀਂ ਨਵੀਂ ਕਮੀਜ਼ ਭਾਈ ਟੈਗ ਲੱਗਾ। ਮੇਲਾ ਮੇਲਾ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਕਿ ਸਾਰੇ ਜਾਣੇ ਠੀਕ ਠਾਕ ਹੋਵੋਗੇ। ਸੋ ਜਿਵੇਂ ਕਿ ਤੁਸੀਂ ਭਾਜੀ ਦੇਖ ਹੀ ਰਹੇ ਹੋਗੇ, ਟੇਬਲ ਦੇ ਉੱਤੇ ਅਸੀਂ ਪੂਰਾ ਤਾਮਾ ਜਾਮਾ ਸੈੱਟ ਕਰਕੇ ਰੱਖਿਆ ਹੋਇਆ ਵਾ ਕਿ ਅਮੀਰੀ ਲੱਗੇ ਸਾਡੇ ਵਲੌਗ ਦੇ ਵਿੱਚ। ਸਪੈਸ਼ਲ ਨਾਲ ਦੇ ਕਮਰੇ ਚੋਂ ਵੀ ਇੱਕ ਆਈਪੈਡ ਮੰਗ ਕੇ ਲੈ ਕੇ ਆਂਦਾ ਕਿ ਭਾਜੀ 5-7 ਮਿੰਟ ਲਈ ਦਿਓ। ਸੋ ਅੱਜ ਦਾ ਜਿਹੜਾ ਵਲੌਗ ਆ ਬਹੁਤ ਹੀ ਖਾਸ ਚੀਜ਼ ਦੇ ਉੱਤੇ ਆ, ਬਹੁਤ ਹੀ ਖਾਸ ਗੱਲ ਦੇ ਉੱਤੇ ਆ। ਸਾਰਿਆਂ ਨੂੰ ਪਤਾ ਆਪਾਂ ਨੂੰ, ਚਲੋ ਸ਼ੁਗਲ ਮੇਲਾ ਹਾਸਾ ਮਜ਼ਾਕ ਚੱਲਦਾ ਹੀ ਰਹਿਣਾ ਵਾ। ਸੋ ਭਰਾ ਨੂੰ ਛੱਡਣ ਆਏ ਸੀਗੇ ਦਿੱਲੀ ਤੋਂ। ਦਿੱਲੀ ਇੱਕ ਦਿਨ ਲਈ ਸਟੇ ਲਿਆ ਹੋਇਆ ਵਾ ਤੇ ਬਹੁਤ ਸਾਰੇ ਮੈਸੇजेस ਸਨੈਪਚੈਟ ਇੰਸਟਾਗ੍ਰਾਮ ਤੇ ਆਏ ਹੋਏ ਸੀਗੇ ਸਾਰੇ ਵੀਰਾਂ ਭਰਾਵਾਂ ਦੇ, ਭੈਣਾਂ ਦੇ ਕਿ ਕਿੱਦਾਂ ਟਰੈਵਲ ਕਰ ਰਹੇ ਹੋ ਤੁਸੀਂ ਆਪਣੇ ਇੰਡੀਆ ਤੋਂ ਕੈਨੇਡਾ ਦੇ ਲਈ। ਸੋ ਇਹ ਸਾਰੀਆਂ ਡਿਟੇਲਸ ਅਸੀਂ ਇਸ ਵਲੌਗ ਦੇ ਵਿੱਚ ਸਾਂਝੀਆਂ ਕਰ ਰਹੇ ਹਾਂ। ਜਿੱਦਾਂ ਜਿੱਦਾਂ ਆਪਣਾ ਭਰਾ ਟਰੈਵਲ ਕਰ ਰਿਹਾ ਵਾ, ਕਿਹੜੀਆਂ ਫਲਾਈਟਸ ਲੈ ਕੇ ਇੱਥੋਂ ਦਿੱਲੀ ਤੋਂ ਕਿੱਥੇ ਜਾਣਾ ਵਾ, ਦੈਨ ਉਹਦੇ ਤੋਂ ਅੱਗੇ ਕਿੱਥੇ ਜਾਣਾ ਵਾ, ਕਿੰਨੇ ਦਿਨਾਂ ਦਾ ਪ੍ਰੋਸੈਸ ਆ, ਸਾਰਾ ਕੁਝ ਇਹਦੇ ਵਿੱਚ ਆਪਾਂ ਡਿਸਕ੍ਰਾਈਬ ਕਰਾਂਗੇ। ਸੋ ਫਿਲਹਾਲ ਦੀ ਘੜੀ 에ਅਰ ਫਰਾਂਸ ਦੀ ਆਪਣੀ ਟਿਕਟ ਭਾਜੀ ਦੱਸੋ। 에ਅਰ ਫਰਾਂਸ ਦੀ ਟਿਕਟ ਹੈ ਆਪਣੀ ਦਿੱਲੀ ਟੂ ਮੈਕਸੀਕੋ ਵਾਇਆ ਫਰਾਂਸ। ਸੋ ਪਹਿਲਾ ਭਾਜੀ ਦਾ ਸਟੇ ਹੋਊਗਾ ਆਪਣੇ ਵੀਰ ਦਾ ਫਰਾਂਸ ਦੇ ਪੈਰਿਸ ਦੇ ਵਿੱਚ 5 ਘੰਟੇ ਉੱਥੇ ਸਟੇ ਹੋਊਗਾ। ਉਹਦੇ ਤੋਂ ਬਾਅਦ ਕਹਿ ਲਓ ਕਿ ਜਿੱਦਾਂ ਜਿੱਦਾਂ ਇੱਥੋਂ ਉੱਡੀ ਜਾਓਗੇ ਉਦਾਂ ਉਦਾਂ ਅਸੀਂ ਸਾਰਾ ਕੁਝ ਸ਼ੇਅਰ ਕਰ ਰਹੇ ਹਾਂ। ਸੋ ਬਾਕੀ ਤੁਸੀਂ ਜੁੜੇ ਰਹੋ ਸਾਡੇ ਨਾਲ ਵਲੌਗ ਦੇ ਉੱਤੇ। ਬਹੁਤ ਹੀ ਇਨਫੋਰਮੇਟਿਵ ਥਿੰਗਸ ਆ। ਜਿਹੜੇ ਵੀ ਆਪਣੇ ਵੀਰ ਭਰਾ ਕੋਈ ਬਾਹਰੋਂ ਆ ਕੇ ਫਸੇ ਹੋਏ ਆ, ਕਈਆਂ ਨੇ ਕੈਨੇਡਾ ਨੂੰ ਜਾਣਾ ਵਾ, ਕਈਆਂ ਨੇ ਕਿਸੇ ਹੋਰ ਕੰਟਰੀ ਜਾਣਾ, ਸੋ ਉਹਨਾਂ ਨੂੰ ਦੱਸ ਸਕਦੇ ਹਾਂ ਅਸੀਂ ਇਸ ਵਲੌਗ ਦੇ ਵਿੱਚ ਅਸੀਂ ਕਿੱਦਾਂ ਵਾਇਆ ਜਾ ਸਕਦੇ ਹਾਂ। ਸੋ ਬਾਕੀ ਉਨੀ ਦੇਰ ਅਸੀਂ ਆਪਣਾ ਤਾਮਾ ਜਾਮਾ ਸਾਡਾ ਉਹ ਵਾਲਾ ਗਾਣਾ ਵਾ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਸਿੱਧੂ ਮੂਸੇਵਾਲੇ ਦਾ, ਮੈਂ ਥੋੜੀ ਹੌਟ ਆ ਤੇ ਤੂੰ ਥੋੜਾ ਕੁੱਲਾ। ਐਕਚੁਅਲ 'ਚ ਨਾ ਸਾਡੇ ਬੜੇ ਸਾਰੇ ਪਲਾਨ ਸੀਗੇ ਕਿ ਆਪਾਂ ਦਿੱਲੀ ਜਾ ਕੇ ਆਪਾਂ ਫਲਾਣੇ ਮਾਲ ਜਾਵਾਂਗੇ, ਬਸੰਤ ਕੁੰਜ ਜਾਣਾ। ਇਹ ਵੀਰ ਉਹਨਾਂ ਨੇ ਕੋਈ ਗੁੱਚੀ ਦਾ ਬੈਗ ਵੀ ਪਸੰਦ ਕੀਤਾ ਹੋਇਆ ਸੀਗਾ। ਗਿੰਦੇ ਨੇ ਬਗਾਰ ਪਾਈ ਹੋਈ ਸੀਗੀ, ਮੈਨੂੰ ਨਹੀਂ ਪਤਾ, ਮੈਨੂੰ ਨਾਈਕੀ ਏਅਰ ਦੇ ਸ਼ੂ ਲੈ ਕੇ ਦਿਓ। ਪਰ ਕਹਿ ਲਓ ਕਿ ਪੈਸੇ ਜਿਹੜੇ ਬਚਣੇ ਹੁੰਦੇ ਆ ਉਹ ਬਚ ਹੀ ਜਾਂਦੇ ਆ। ਸੋ ਫਿਲਹਾਲ ਦੀ ਘੜੀ ਸਾਰਾ ਕੁਝ ਬੰਦ ਆ, ਕੁਝ ਵੀ ਨਹੀਂ ਖੁੱਲਾ। ਤੇ ਕਿਸੇ ਨੇ ਇਸੇ ਕਰਕੇ ਲਿਆਸ ਕਰਕੇ ਘੁੰਮਾਂਗੇ, ਸ਼ਾਪਿੰਗ ਕਰਾਂਗੇ ਤੇ ਫਿਰ ਟਰੈਵਲ ਕਰਾਂਗੇ। ਨਹੀਂ ਜੀ। ਤੇ ਇੱਧਰ ਸਿੰਘ ਸਾਹਿਬ ਜਿਹੜੇ ਨਾਲ ਜਾ ਰਹੇ ਆ ਜਾਂ ਮੈਕਸੀਕੋ ਚਲੀਏ। ਅਸੀਂ ਆ ਰਹੇ ਆ ਕੈਨੇਡਾ ਨੂੰ। ਕਿਹੜੇ? ਉਹ ਕੋਈ ਹੋਰ ਵੀਜ਼ੇ ਤੇ ਜਾ ਰਹੇ ਆ ਜਾਂ ਉਹ ਵੀਰ ਆਪਣਾ ਵਰਕ ਵੀਜ਼ੇ ਤੇ ਜਾ ਰਿਹਾ ਵਾ, ਇਹ ਭਰਾ ਆਪਣਾ ਟੂਰਿਸਟ ਵੀਜ਼ੇ ਤੇ ਜਾ ਰਿਹਾ। ਵੱਡੀ ਗੱਲ ਟੂਰਿਸਟ ਵੀਜ਼ਾ। ਟੂਰਿਸਟ ਵੀਜ਼ੇ ਤੇ ਕਿੱਦਾਂ ਟਰੈਵਲ ਕਰ ਰਹੇ ਆ, ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਭਾਜੀ ਵੈਰੀ ਸੂਨ ਦੱਸ ਦਾਂਗੇ। ਤੇ ਸੌਰੀ ਤਾਂ ਮੈਨੂੰ ਹਾਲ ਤੱਕ ਇਹ ਨਹੀਂ ਪਤਾ ਲੱਗਾ ਇਹਨੂੰ ਫਰੰਟ ਕੈਮ ਤੇ ਕਿੱਦਾਂ ਕਰੀਦਾ। ਹਰ ਕੋਈ ਕਹਿੰਦਾ ਆ ਕਿ ਪੀਆਰ ਜਾਂ ਸਿਟੀਜ਼ਨ ਹੀ ਜਾ ਸਕਦੇ ਆ ਨਾ, ਇਹ ਸਾਰਾ ਇੱਕ ਕਹਿ ਲਓ ਕਿ ਰਿਊਮਰ ਆ। ਆਪਾਂ ਸਾਰੇ ਟਰੈਵਲ ਕਰ ਸਕਦੇ ਆ, ਬਟ ਹਾਊ ਇਹ ਅਸੀਂ ਸਾਰਾ ਤੁਹਾਨੂੰ ਇਦਾਂ ਨਹੀਂ ਭਾਜੀ, ਜਿੱਦਾਂ ਜਿੱਦਾਂ ਜਿਹੜੀ ਕੰਟਰੀ ਬੁੱਗਾ ਪਹੁੰਚੂਗਾ ਉਦਾਂ ਤੁਹਾਨੂੰ ਅਸੀਂ 에ਅਰਲਾਈਨ ਦੀ ਰਿਕੁਆਇਰਮੈਂਟਸ ਆ ਕਿ ਅਗਲੀ ਕੰਟਰੀ ਦੀ ਰਿਕੁਆਇਰਮੈਂਟ ਸਾਰਾ ਕੁਝ ਦੱਸਾਂਗੇ। ਕੋਵਿਡ ਟੈਸਟ ਕਹਿੰਦੇ ਆ ਜਾ ਮੇਰਾ ਭਰਾ ਆਈਪੈਡ ਚ ਨਿਕਲ ਆ। ਵੀਰ ਮੇਰੇ ਨੂੰ ਸੱਚੀ ਗੱਲ ਆ ਕੁਝ ਨਹੀਂ ਪਤਾ ਆਈਪੈਡ ਦਾ, ਬਸ ਗਾਣੇ ਲਾਉਣ ਤੋਂ ਇਲਾਵਾ। ਉਹਦਾ ਇੱਕ ਦੋ ਵਾਰੀ ਪਬਜੀ ਵੀ ਖੇਡੀ ਇਹਨੇ ਭਰਾ ਨੇ। ਉਹ ਉਂਗਲਾਂ ਵੇਖ ਕਿੰਨੀਆਂ ਸੋਹਣੀਆਂ ਮਾਰਦਾ, ਜਿੱਦਾਂ ਕਿਸੇ ਅੰਬਾਨੀ ਦੇ ਭਤੀਜੇ ਦਾ ਮੁੰਡਾ ਨਹੀਂ ਹੁੰਦਾ, ਜਿੱਦਾਂ ਏਦਾਂ ਉਂਗਲਾਂ ਮਾਰਦਾ। ਆ ਚੱਕ ਫਿਰ ਸ਼ੇਅਰ ਮਾਰਕੀਟ 'ਚ ਬੜਾ ਵੱਡਾ ਹਾਥੀ ਵੀਰ ਦਾ, ਬਹੁਤ ਤਗੜਾ। ਟਾਟਾ ਸਟੀਲ ਭਾਜੀ ਨੇ ਵੇਚਿਆ ਸੀ, ਇਹਨੇ ਆਪ ਕਰਾਇਆ ਸੀਗਾ। ਹਰਸ਼ਦ ਮਹਿਤਾ ਤੋਂ ਬਾਅਦ ਇਹੀ ਆ ਇੱਕ ਬਿਗ ਬੁੱਲ ਭਾਜੀ। ਹਾਂਜੀ, ਕੱਲਾ ਹਾਲੇ ਬੁੱਲ ਬਣਾਤਾ, ਬਿਗ ਬਣਨਾ ਰਹਿ ਗਿਆ ਏ। ਬਾਕੀ ਉਹ ਵੀ ਹੌਲੀ ਹੌਲੀ ਬਣਾ ਦਿਆਂਗੇ। ਬੌਸ ਦੀਆਂ ਟੀ-ਸ਼ਰਟਾਂ ਪਾਉਂਦਾ, ਬੌਸ ਵਾਲੀ ਫੀਲਿੰਗ ਰੱਖੀ ਇਹਨੇ ਭਰਾ ਮੇਰੇ ਨੇ। ਜਿਹੜੀ ਮੇਨ ਟੈਨਸ਼ਨ ਆ ਨਾ ਮੈਨੂੰ ਜਸਕਰਨ ਇਹੀ ਆ ਕਿ ਤੂੰ ਸਾਲਾ ਪਹੁੰਚ ਜਾਵੇਂ, ਕੱਲ ਨੂੰ ਵਲੌਗ ਇੱਥੇ ਹੀ ਨਾ ਮੁੱਕ ਜਾਵੇ। ਜੇ ਤੂੰ ਪਹੁੰਚੂਗਾ ਤਾਂ ਹੀ ਇਹ ਪੈਣਾ। ਤਿਆਰੀ ਤਾਂ ਫੁੱਲ ਆ, ਤਿਆਰੀ ਫੁੱਲ ਆ ਸਾਡੀ। ਸਾਰੀਆਂ ਚੀਜ਼ਾਂ ਜਿੱਦਾਂ ਜਿੱਦਾਂ ਜੋ ਰਿਕੁਆਇਰਡ ਸੀਗਾ ਸਾਰਾ ਕੁਝ ਉੱਦੇ ਕੀਤਾ ਵਾ। ਬਾਕੀ ਜਾਂ ਤਾਂ ਭਾਜੀ 에ਅਰਲਾਈਨਾਂ ਨੂੰ ਪਤਾ ਜਾਂ ਉਹ ਉਸ ਸੱਚੇ ਮਾਲਕ ਨੂੰ ਪਤਾ ਭਾਜੀ, ਉਹ ਜਿਹੜਾ ਉੱਪਰ ਵੜਿਆ ਹੋਇਆ। ਨਹੀਂ ਪੈ ਰਿਹਾ ਆ, ਫਲਾਈਟ ਨਾ ਕੈਂਸਲ ਹੋ ਜਾਵੇ। ਨਹੀਂ ਕਾਲੀ ਜ਼ੁਬਾਨ ਤੋਂ ਮੂੰਹ ਚੋਂ ਕੱਢਣੀ।
ਹਾਂਜੀ ਲਓ ਜੀ ਫਾਈਨਲੀ ਲਗੇਜ ਨਿਕਲਣ ਲੱਗਾ ਬਹੁਤ ਖੁਸ਼ੀ ਹੈ ਜੀ ਹਾਲੀ ਕੋਈ ਨਹੀਂ ਭਾਜੀ ਟੈਚੀ ਨੂੰ ਨਹੀਂ ਕੁਝ ਹੁੰਦਾ ਇਹ ਟੈਚੀ ਹੁੰਦੇ ਹੀ ਇਸ ਲਈ ਹੈ ਕਿ ਬੰਦਾ ਜ਼ੋਰ ਦੀ ਮਾਰੇ ਕੁਝ ਵੀ ਨਾ ਹੋਵੇ ਜੇ ਮਾਮਾ ਟੈਚੀ ਨਾ ਹੁੰਦੇ ਤੇ ਇਹ ਲੋਕੀ ਲਿਫਾਫੇ ਲੈ ਕੇ ਨਾ ਬਲੈ ਚੱਲ ਜਾਂਦੇ ਇਦਾਂ ਨੀਟੂ ਸਿਲਕ ਦਾ ਲਿਫਾਫੇ 'ਚ ਪਾ ਕੇ 4 ਕੱਪੜੇ ਇਹ ਟੈਚੀ ਇਸ ਲਈ ਬਣਾਇਆ ਗਿਆ ਕਿ ਤੁਸੀਂ ਦੂਰ ਦਰਾਡੇ ਵੀ ਕਿਤੇ ਜਾਣਾ ਤੇ ਇੰਨੀ ਕੁ ਮਾਰ ਚੱਲ ਲੈਂਦੇ ਮੇਰਾ ਵੀਰ ਟੈਨਸ਼ਨ ਨਾ ਲਈ ਪਾਸਤਾ ਰਹਿ ਗਿਆ ਹੀ ਅੰਦਰ ਮੰਮੀ ਇਹ ਗੁੱਸਾ ਹੋਣਾ ਹੀ ਹਾਂ ਖਾ ਲਈ ਉਹ ਇੱਕ ਗੱਲ ਆ ਸਰਦਾਰ ਆਪਣੇ ਘਰੋਂ ਪਾਸਤਾ ਬਣਾ ਕੇ ਲੈ ਕੇ ਆਇਆ ਮੈਨੂੰ ਪਾਸਤੇ ਦੀ ਘੱਟ ਖੁਸ਼ੀ ਹੈ ਮੈਨੂੰ ਇਹ ਬੜਾ ਹੋਇਆ 4 ਚਮਚੇ ਨਾਲ ਲਿਆ ਸਾਡੇ ਘਰੇ ਚੀਜ਼ ਬਣ ਗਈ ਸਾਲੇ 4 ਚਮਚੇ ਘਰੇ ਲੈ ਕੇ ਜਾਵਾਂ ਮਾਤਾ ਕਿੰਨੀ ਖੁਸ਼ ਹੋਊਗੀ ਵਾਹ ਮੇਰਾ ਸ਼ੇਰ ਬੱਚਾ ਕੁਝ ਲੈ ਕੇ ਹੀ ਆਇਆ ਉਹ ਵੱਖਰੀ ਗੱਲ ਆ ਕਿ ਅਸੀਂ 에어ਪੋਰਟ ਤੋਂ ਆਏ ਆ ਪਰ 에어ਪੋਰਟ ਘੱਟ ਤੇ ਸਟੇਸ਼ਨ ਜ਼ਿਆਦਾ ਲੱਗ ਰਿਹਾ ਵੈਸੇ ਜਿੱਦਾਂ ਦੀਆਂ ਤੁਹਾਡੀਆਂ ਸ਼ਕਲਾਂ ਲੱਗਦੇ ਤੁਸੀਂ ਵੀ ਨਹੀਂ ਕਿ ਐਂਟਰੀ ਡੈਸਟੀਨੇਸ਼ਨ ਕੈਨੇਡਾ ਲੱਗਦੇ ਤੁਸੀਂ ਵੀ ਮਾਮਾ ਦੋਹਾ ਕਤਰ ਤੱਕ ਰਹੀਆਂ ਚਲੋ ਆ ਤਾਂ ਗਏ ਚੜਾਉਣ ਮੇਲਾ ਤਾਂ ਤੁਹਾਨੂੰ ਟ੍ਰੀਟ ਵੀ ਉੱਥੇ ਜਾ ਕੇ ਇਦਾਂ ਹੀ ਹੋਣਾ ਇਹਨਾਂ ਨੇ ਉੱਥੇ ਆਪਣੇ 에ਅਰ ਫਰਾਂਸ ਦੀ ਤੇ ਜਾਣਾ ਬੋਰਡਿੰਗ ਕਰਾਉਣ ਉਹਨਾਂ ਨੇ ਕਹਿਣਾ ਦੋਹਾ ਕਾਲੀ ਉਧਰ ਲੱਗੀ ਆ ਜੀ ਚ ਕਹਿੰਦੇ ਕਿੰਨੀ ਕੁ ਖੁਸ਼ੀ ਆ ਤੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਦੋ ਟੈਚੀ ਰੋੜੀ ਜਾਂਦਾ ਇੰਨਾ ਚਾਹ ਕਹਿੰਦਾ ਤਾਂ ਚਾਹ ਚ ਯਾਰ ਉਹ ਆ ਕਿੱਥੋਂ ਆ ਗਿਆ ਇਹ ਆ ਜੀ ਇਹਦਾ ਦੇਸ਼ ਹੈ ਨਾ ਜਿਹੜਾ ਪੈਟ ਲਵਰ ਬਹੁਤ ਆ ਉਹ ਆਪਣੇ ਪੈਟਸ ਨੂੰ ਕਿਤੋਂ ਵੀ ਆਉਣ ਜਾਣ ਤੋਂ ਰੋਕਦਾ ਨਹੀਂ बैठ गए हैं नाउ ऑन द वे टू मैक्सिको ਹੁਣ ਆਪਾਂ ਪਹੁੰਚ ਗਏ ਜੀ ਪੈਰਿਸ ਇੱਥੇ ਆਪਣਾ ਲੇਓਵਰ ਆ 5 ਘੰਟਿਆਂ ਦਾ ਇੱਥੋਂ ਆਪਣੀ ਨੈਕਸਟ ਫਲਾਈਟ ਆ 에ਅਰ ਫਰਾਂਸ ਦੀ ਆ ਜੋ ਕਿ ਜਾਊਗੀ ਮੈਕਸੀਕੋ ਸੋ ਦਿੱਲੀ ਤੋਂ ਪੈਰਿਸ ਆ ਗਏ ਆ ਇੱਥੇ ਤੁਹਾਨੂੰ ਕੁਝ ਨਹੀਂ ਲੋਡ ਨਥਿੰਗ ਟੂ ਸ਼ੋ ਜਸਟ ਤੁਸੀਂ ਆਪਦਾ ਨੈਕਸਟ ਗੇਟ ਤੇ ਜਾਣਾ ਆ ਐਂਡ ਹੁਣ ਨੈਕਸਟ ਫਲਾਈਟ ਆ ਮੈਕਸੀਕੋ ਦੀ ਬਾਕੀ ਸਟੇਟ ਤੁਹਾਨੂੰ ਨੈਕਸਟ ਦਿਖਾਉਂਦੇ going to Mexico. ਸੋ ਫਸਟ ਤੁਹਾਨੂੰ ਇੱਕ ਫਲਾਈਟ ਬੁੱਕ ਕਰਾਉਣੀ ਪਊਗੀ 에ਅਰ ਫਰਾਂਸ ਦੀ ਦਿੱਲੀ ਟੂ ਮੈਕਸੀਕੋ ਦਿੱਲੀ ਜਦੋਂ ਤੁਸੀਂ ਚੈੱਕ ਇਨ ਕਰਦੇ ਹੋ ਉਹ ਤੁਹਾਡੇ ਕੋਲੋਂ ਹੋਟਲ ਬੁਕਿੰਗ ਮੰਗਦੇ ਆ ਮੈਕਸੀਕੋ ਦੀ ਐਂਡ ਮੈਕਸੀਕੋ ਟੂ ਕੈਨੇਡਾ ਦੀ ਆਪਣੇ ਤੁਹਾਡੀ ਟਿਕਟ ਦੇਖੋਗੇ ਐਂਡ ਕੈਨੇਡਾ ਦਾ ਕੋਈ ਵੀ ਜੇ ਵੈਲਿਡ ਵੀਜ਼ਾ ਹੈਗਾ ਤੁਹਾਡੇ ਕੋਲ ਤਾਂ ਮੈਕਸੀਕੋ ਦੇ ਵਿੱਚ ਤੁਹਾਨੂੰ ਐਂਟਰੀ ਆ 180 ਡੇਜ਼ ਦੀ ਜੋ ਤੁਸੀਂ ਚੈੱਕ ਇਨ ਕਰਦੇ ਆ ਉਹ ਤੁਹਾਡਾ 36 ਆਵਰਸ ਦੇ ਵਿੱਚ ਕਰੋਨਾ ਟੈਸਟ ਹੋਣਾ ਚਾਹੀਦਾ RT-PCR ਐਂਡ ਵਿਦ QR ਕੋਡ ਉਹ ਹੋਵੇ ਉਹ ਚੈੱਕ ਕਰਦੇ ਆ ਡੈਟਸ ਇਟ ਹੋਰ ਉਹਨਾਂ ਦੀ ਕੋਈ ਵੀ ਚੈੱਕ ਇਨ ਵਾਲਿਆਂ ਦੀ ਰਿਕੁਆਇਰਮੈਂਟ ਨਹੀਂ ਹੈਗੀ ਜਦੋਂ ਤੁਸੀਂ ਇਮੀਗ੍ਰੇਸ਼ਨ ਜਾਂਦੇ ਆ ਦਿੱਲੀ ਉੱਥੇ ਜਸਟ ਪੁੱਛਦੇ ਹੋ ਮੈਕਸੀਕੋ ਦਾ ਵੀਜ਼ਾ ਤੁਹਾਡੇ ਕੋਲ ਕੈਨੇਡਾ ਦਾ ਕੋਈ ਵੀ ਵੈਲਿਡ ਵੀਜ਼ਾ ਹੈਗਾ ਹੈ ਮੈਕਸੀਕੋ ਆਪਣੇ ਕੈਨੇਡਾ ਦਾ ਸੋ ਇਟਸ ਓਕੇ ਯੂ ਕੈਨ ਕਲੀਅਰ ਦਾ ਇਮੀਗ੍ਰੇਸ਼ਨ ਇਨ ਨਿਊ ਦਿੱਲੀ ਸੋ ਬਾਅਦ ਵਿੱਚ ਤੁਹਾਡਾ ਲੇਓਵਰ ਇਨ ਪੈਰਿਸ ਫॉर 5 ਆਵਰਸ ਜਸਟ ਨੋਰਮਲ ਲੇਓਵਰ ਜਿੱਦਾਂ ਬਾਕੀ ਕੰਟਰੀਆਂ 'ਚ ਹੁੰਦਾ ਉੱਦਾਂ ਹੀ ਉਹ ਜਦੋਂ ਤੁਸੀਂ ਪੈਰਿਸ ਤੋਂ ਮੈਕਸੀਕੋ ਤੋਂ ਬੋਰਡਿੰਗ ਲਈ ਜਾਣਾ ਹੈ ਉਦੋਂ ਤੁਹਾਡਾ ਫਿਰ ਕੈਨੇਡਾ ਦਾ ਵੀਜ਼ਾ ਦੇਖਦੇ ਆ ਪੈਰਿਸ ਟੂ ਮੈਕਸੀਕੋ ਵਾਲੇ ਜੋ ਤੁਸੀਂ ਉੱਥੋਂ ਜਾਣਾ ਤੁਹਾਡਾ ਕੈਨੇਡਾ ਦਾ ਵੀਜ਼ਾ ਦੇਖਦੇ ਕੈਨੇਡਾ ਦੀ ਆਪਣੀ ਟਿਕਟ ਦੇਖਦੇ ਆ ਡੈਟਸ ਇਟ ਜੇ ਤੁਸੀਂ ਵਰਕ ਪਰਮਿਟ ਤੇ ਤੁਹਾਡਾ ਵਰਕ ਪਰਮਿਟ ਵੀ ਦੇਖਦੇ ਆ ਐਂਡ ਸਟੱਡੀ ਪਰਮਿਟ ਵੀ ਦੈਨ ਮੈਕਸੀਕੋ ਦੇ ਵਿੱਚ ਤੁਹਾਡੀ ਕੋਈ ਵੀ ਨੋ ਕੁਆਰੰਟਾਈਨ ਕੋਈ ਕੋਵਿਡ ਟੈਸਟ ਦੀ ਲੋੜ ਨਹੀਂ ਨਥਿੰਗ ਜਸਟ ਤੁਹਾਡੇ ਕੋਲ ਕੋਈ ਵੀ ਵੈਲਿਡ ਵੀਜ਼ਾ ਹੋਣਾ ਚਾਹੀਦਾ US ਤੋਂ ਕੈਨੇਡਾ ਦਾ ਜਿੱਦਾਂ ਕੋਈ ਕੈਨੇਡਾ ਜਾਣਾ ਕੈਨੇਡਾ ਦਾ ਵੀਜ਼ਾ ਹੈਗਾ ਹੈ ਸੋ ਤੁਹਾਨੂੰ ਨਾਰਮਲ ਐਂਟਰੀ ਮਿਲ ਜਾਣੀ 180 ਡੇਜ਼ ਦੀ ਜਸਟ ਟੂ ਮੈਕਸੀਕੋ ਦੀ ਹੋਟਲ ਬੁਕਿੰਗ ਦੇਖਦੇ ਐਂਡ ਕੈਨੇਡਾ ਦੀ ਫਲਾਈਟ ਦੇਖਦੇ ਆਪਣੀ ਟਿਕਟ ਦੇਖਦੇ ਦੈਨ ਜਸਟ ਆਪਦਾ ਬੈਗ ਕਲੈਕਟ ਕਰੋ ਜਿਨ੍ਹਾਂ ਦਾ ਹੋਟਲ 에ਅਰਪੋਰਟ ਤੋਂ ਥੋੜਾ ਦੂਰ ਆ ਉਹ ਉਹਨਾਂ ਨੂੰ ਸੁਜੈਸਟ ਕਰਦਾ ਕਿ ਇੱਥੇ ਉਹ ਆਪਣੇ ਡਿਪਾਰਚਰ ਏਰੀਆ ਦੇ ਵਿੱਚ 에ਅਰਪੋਰਟ ਦੇ ਵਿੱਚ ਹੀ
ਕੋਵਿਡ ਟੈਸਟ ਹੁੰਦਾ RT-PCR ਇਨ 2000 ਮੈਕਸੀਕਨ ਕਰੰਸੀ। ਰਿਪੋਰਟ 24 ਆਵਰਸ ਦੇ ਵਿੱਚ ਆ ਜਾਂਦੀ ਆ ਐਂਡ ਰਿਪੋਰਟ ਤੁਹਾਡੀ ਈਮੇਲ ਦੇ ਵਿੱਚ ਹੀ ਆ ਜਾਊਗੀ। ਵੈਰੀ ਈਜ਼ੀ, ਜਸਟ ਗੋ, ਉੱਥੇ ਸਿਰਫ 2 ਮਿੰਟ ਲੱਗਦੇ, ਕੋਈ ਰਸ਼ ਨਹੀਂ, ਕੋਈ ਲਾਈਨ ਨਹੀਂ ਹੈਗੀ। ਅਤੇ ਆਪਦਾ ਕਰਾ ਕੇ ਤੁਸੀਂ ਹੋਟਲ ਜਾਓ। ਜਿੱਦਾਂ ਅਸੀਂ ਹੋਟਲ ਲਿਆ ਹੋਇਆ ਆ ਹਿਲਟਨ ਇਨ ਏਅਰਪੋਰਟ ਡਿਪਾਰਚਰ ਏਰੀਆ। ਅਸੀਂ ਬਾਹਰ ਵੀ ਨਹੀਂ ਗਏ, ਨੋ ਟੈਕਸੀ, ਨਥਿੰਗ ਟੂ ਡੂ। ਥੋੜ੍ਹਾ ਮਹਿੰਗਾ ਆ ਬਟ ਬੈਸਟ ਹੋਟਲ ਆ, ਵਿਊ ਵੀ ਵਧੀਆ ਆ, ਰੂਮਸ ਵੀ ਬਹੁਤ ਵਧੀਆ ਆ ਐਂਡ ਕੋਈ ਖਾਣ ਪੀਣ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਬਿਕੋਜ਼ ਸਾਰਾ ਕੁਛ ਥੱਲੇ ਨਾਲ ਹੀ ਆ। ਮੈਕਡੋਨਲਡਸ, ਸਬਵੇ, ਸਟਾਰਬਕਸ, ਵਧੀਆ ਵਧੀਆ ਰੈਸਟੋਰੈਂਟ ਐਂਡ ਨਾਲ ਹੀ ਇੱਥੇ ਸਾਡੇ ਏਅਰ ਕੈਨੇਡਾ ਦਾ ਜਿੱਥੋਂ ਚੈੱਕ ਇਨ ਕਰੀਦਾ ਨਾਲ ਹੀ ਆਫਿਸ ਆ, ਜਿੱਥੇ ਵੀ ਆਪਣੇ ਚੈੱਕ ਇਨ ਕਰਦੇ ਆ। ਸੋ ਦੈਟਸ ਇਟ। ਬਾਕੀ ਤੁਹਾਨੂੰ ਅੱਗੇ ਦੱਸਦੇ ਆ ਕੈਨੇਡਾ ਪਹੁੰਚ ਕੇ। ਹਾਂਜੀ ਲਓ ਜੀ, ਆਪਾਂ ਨੂੰ ਬੋਰਡਿੰਗ ਪਾਸ ਮਿਲ ਗਿਆ ਆ ਕੈਨੇਡਾ ਦਾ। ਸੋ ਹੁਣ ਆਪਾਂ ਟਰੈਵਲ ਕਰ ਰਹੇ ਹਾਂ ਮੈਕਸੀਕੋ ਟੂ ਕੈਨੇਡਾ ਦਾ। ਅਸੀਂ ਜਾ ਰਹੇ ਹਾਂ ਮੌਂਟਰੀਅਲ ਸ਼ਹਿਰ। ਤੁਸੀਂ ਕਿਸੇ ਵੀ ਸਿਟੀ ਜਾ ਸਕਦੇ ਆ, ਟੋਰਾਂਟੋ, ਵੈਨਕੂਵਰ, ਜਿੱਥੋਂ ਵੀ ਤੁਹਾਨੂੰ ਟਿਕਟ ਸਸਤੀ ਮਿਲਦੀ ਹੈ। ਸਾਨੂੰ ਜਿੱਦਾਂ ਹੀ ਥੋੜ੍ਹੇ ਦਿਨ ਪਹਿਲੇ ਟਿਕਟ ਕੱਢੀ, ਸਾਨੂੰ ਮੌਂਟਰੀਅਲ ਦੀ ਥੋੜ੍ਹੀ ਜਿਹੀ ਸਸਤੀ ਮਿਲੀ। ਸੋ ਵੀ ਆਰ ਗੋਇੰਗ ਟੂ ਮੌਂਟਰੀਅਲ। ਸੋ ਬਾਕੀ ਨੈਕਸਟ ਟਾਈਮ ਦੱਸ। ਲਓ ਜੀ, ਕੈਨੇਡਾ ਗਏ ਆ ਪਹੁੰਚ। ਨਹੀਂ ਪਤਾ ਨਹੀਂ ਕਿੱਦਾਂ ਪਹੁੰਚੇ ਆ। ਬਾਕੀ ਠੀਕ ਹੈ, ਕੋਈ ਚੱਕਰ ਨਹੀਂਗਾ। ਜੇ ਤੁਹਾਡੇ ਕੋਲ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਆ, ਤੁਹਾਨੂੰ ਆਥੋਰਾਈਜੇਸ਼ਨ ਲੈਟਰ ਚਾਹੀਦੀ ਆ ਐਂਡ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਹੈ ਜਿਹਨੇ ਤੁਹਾਨੂੰ ਆਥੋਰਾਈਜੇਸ਼ਨ ਲੈਟਰ ਭੇਜੀ ਆ ਉਹਦੇ ਨਾਲ ਤੁਹਾਡਾ ਕੀ ਰਿਲੇਸ਼ਨ ਬਣਦਾ, ਕਿੱਦਾਂ ਤੁਸੀਂ ਰਿਲੇਸ਼ਨ ਬਣਾਉਣਾ। ਓਕੇ। ਐਂਡ ਇਮੀਗ੍ਰੇਸ਼ਨ ਬਹੁਤ ਸਟ੍ਰਿਕਟ ਆ ਵਿਜ਼ਿਟਰਸ ਲਈ। ਵਰਕ ਵੀਜ਼ੇ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਆ, ਸਟੱਡੀ ਵੀਜ਼ੇ ਵਾਲਿਆਂ ਨੂੰ ਵੀ ਕੁਐਸਚਨ ਪੁੱਛਦੇ ਆ। ਵੈਸੇ ਜਿਹੜੇ ਤਾਂ ਰਿਟਰਨ ਆ ਰਹੇ ਆ ਉਹਨਾਂ ਨੂੰ ਕੋਈ ਕੁਐਸਚਨ ਪੁੱਛਦੇ ਨਹੀਂ। ਜਿੱਦਾਂ ਜਿਹੜੇ ਵਿਜ਼ਿਟਰ ਆ ਉਹਨਾਂ ਨੂੰ ਬਹੁਤ ਜ਼ਿਆਦਾ ਕੁਐਸਚਨ ਪੁੱਛਦੇ ਆ। ਤੁਹਾਨੂੰ ਜਸਟੀਫਾਈ ਕਰਨਾ ਪੈਣਾ ਤੁਸੀਂ ਕਾਹਤੋਂ ਆਏ ਆ ਤੇ ਤੁਹਾਡਾ ਮੇਨ ਰੀਜ਼ਨ ਕੀ ਆ। ਦੈਟਸ ਇਟ। ਜੋ ਆਫਟਰ ਇਮੀਗ੍ਰੇਸ਼ਨ 2 ਵਾਰ ਇਮੀਗ੍ਰੇਸ਼ਨ ਹੁੰਦੀ ਆ। ਪਹਿਲਾਂ ਇਮੀਗ੍ਰੇਸ਼ਨ 1 ਜਿੱਥੇ ਤੁਹਾਡਾ ਕੋਵਿਡ ਟੈਸਟ ਐਂਡ ਅਰਾਈਵਲ ਐਪ ਦੇਖਦੇ ਆ। ਦੈਨ ਸੈਕਿੰਡ ਇਮੀਗ੍ਰੇਸ਼ਨ ਹੁੰਦੀ ਹੈ ਨਾਲ ਹੀ, ਉੱਥੇ ਤੁਸੀਂ ਆਪਦਾ ਜਿੱਥੇ ਤੁਹਾਡੀ ਮੇਨ ਇਮੀਗ੍ਰੇਸ਼ਨ ਉਹਨੂੰ ਕਹਿ ਦਿੰਦੇ ਆ, ਜਿੱਥੇ ਤੁਸੀਂ ਜਸਟੀਫਾਈ ਕਰਨਾ ਹੈ ਆਫਿਸਰ ਨੂੰ ਕਿ ਤੁਹਾਡਾ ਮੇਨ ਰੀਜ਼ਨ ਇਹ ਆ। ਇੱਦਾਂ ਤੁਸੀਂ ਟਰੈਵਲ ਕਰ ਸਕਦੇ ਹੋ। ਹੁਣ ਵਿਜ਼ਿਟਰ ਵੀਜ਼ਾ ਮੇਕ ਸ਼ੋਰ ਕਿ ਤੁਹਾਡੇ ਕੋਲ ਆਥੋਰਾਈਜੇਸ਼ਨ ਲੈਟਰ ਹੋਵੇ ਜਿਨ੍ਹਾਂ ਦੇ ਐਕਸਟੈਂਡਡ ਫੈਮਿਲੀ ਮੈਂਬਰ ਆ। ਜਿਨ੍ਹਾਂ ਦੇ ਇਮੀਡੀਏਟ ਫੈਮਿਲੀ ਮੈਂਬਰ ਆ ਉਹਨਾਂ ਨੂੰ ਆਥੋਰਾਈਜੇਸ਼ਨ ਦੀ ਲੋੜ ਨਹੀਂ ਹੈਗੀ। ਐਂਡ ਆਫਟਰ ਇਮੀਗ੍ਰੇਸ਼ਨ ਤੁਸੀਂ ਬੈਗੇਜ ਕਲੈਕਟ ਕਰਨੇ ਆ। ਬੈਗੇਜ ਕਲੈਕਟ ਕਰਕੇ ਜਿਹੜਾ ਤੁਹਾਨੂੰ ਇਮੀਗ੍ਰੇਸ਼ਨ ਇੱਕ ਫਾਰਮ ਦਿੰਦੀ ਹੈ, ਜਿੱਥੇ ਸਟੈਂਪ ਲਾਈ ਹੁੰਦੀ ਆ, ਉਹ ਤੁਸੀਂ ਇੱਕ ਆਫਿਸਰ ਨੂੰ ਦੇ ਦੇਣਾ ਜਦੋਂ ਐਗਜ਼ਿਟ ਕਰਨਾ। ਐਂਡ ਬਾਅਦ ਵਿੱਚ ਉੱਥੇ ਲਾਈਨ ਲੱਗੀ ਹੋਣੀ ਆ, ਉੱਥੇ ਤੁਸੀਂ ਆਪਦਾ ਕੋਵਿਡ ਟੈਸਟ ਕਰਾਉਣਾ ਆ ਐਂਡ ਉਹ ਇੱਕ ਤੁਹਾਨੂੰ ਕੋਵਿਡ ਦੀ ਕਿੱਟ ਵੀ ਦੇ ਦਿੰਦੇ ਜੀ। ਆਫਟਰ 10 ਡੇਜ਼ ਕੋਵਿਡ ਟੈਸਟ ਆਪਦੇ ਘਰੇ ਕਰਨਾ ਹੈ, ਉਹ ਤੁਹਾਨੂੰ ਇੰਸਟਰਕਸ਼ਨ ਦੇ ਦੋਗੇ। ਅਸੀਂ ਹੁਣ ਆਪਦਾ ਕੋਵਿਡ ਟੈਸਟ ਕਰਾ ਲਿਆ ਏਅਰਪੋਰਟ ਤੋਂ ਐਂਡ ਸਾਨੂੰ 24 ਤੋਂ 72 ਘੰਟੇ ਦੇ ਵਿੱਚ ਰਿਪੋਰਟ ਈਮੇਲ 'ਚ ਆ ਜਾਊਗੀ। 10 ਦਿਨ ਦਾ ਹੋਟਲ ਲੈਣਾ ਮੈਂਡੇਟਰੀ ਹੀ ਆ, ਇੱਥੇ ਲੈਣਾ ਹੀ ਪੈਣਾ ਤੁਹਾਨੂੰ ਜਿੱਥੇ ਵੀ ਤੁਸੀਂ ਰੁਕਣਾ। ਥੈਂਕ ਯੂ, ਗੁੱਡ ਬਾਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੋ ਬਈ ਵਲੌਗ ਦੇ ਲਾਸਟ ਪਾਰਟ ਦੇ ਵਿੱਚ ਪਹੁੰਚ ਗਏ ਆ। ਵੈਸੇ ਇਹ ਪਾਰਟ ਸਭ ਤੋਂ ਇੰਪੋਰਟੈਂਟ ਸੀ, ਜਿੱਥੋਂ ਸਾਰੀ ਕਹਾਣੀ ਸ਼ੁਰੂ ਹੋਈ ਆ ਅਸੀਂ ਉੱਥੇ ਸਭ ਤੋਂ ਬਾਅਦ ਜਾ ਰਹੇ। ਸੋ ਕਿਸ ਵੇ ਦੇ ਨਾਲ ਭਾਜੀ ਉਹਨਾਂ ਵੀਜ਼ਾ ਕਿੱਦਾਂ ਅਪਲਾਈ ਹੋਇਆ ਸੀਗਾ। ਵੀਜ਼ਾ 2019 ਤੋਂ ਲਿਆ ਹੋਇਆ ਸੀਗਾ। ਅੱਗੇ ਕੀ ਕੀ ਪ੍ਰੋਸੈਸ ਭਾਜੀ ਨੇ ਕੀਤੇ ਆ, ਕਿਉਂਕਿ ਸਾਰਿਆਂ ਨੂੰ ਪਤਾ ਕਿ ਕੈਨੇਡਾ ਟੂਰਿਸਟ ਵੀਜ਼ਾ ਅਸੈਪਟ ਨਹੀਂ ਕਰ ਰਿਹਾ ਇਸ ਵੇਲੇ ਕੋਈ ਵੀ ਟੂਰਿਸਟ ਟਰੈਵਲ। ਸੋ ਕੀ ਸਿਸਟਮ ਹੈ ਭਾਜੀ? ਟਰੈਵਲ ਆਥੋਰਾਈਜੇਸ਼ਨ ਲੈਣੀ ਤੁਹਾਨੂੰ ਜ਼ਰੂਰੀ ਆ। ਟਰੈਵਲ ਆਥੋਰਾਈਜੇਸ਼ਨ ਤੋਂ ਬਗੈਰ ਤੁਸੀਂ ਫਲਾਈਟ ਨਹੀਂ ਲੈ ਸਕਦੇ। ਟਰੈਵਲ ਆਥੋਰਾਈਜੇਸ਼ਨ ਸਿਰਫ ਉਹੀ ਅਲਾਉਡਡ ਨੇ ਜਿਨ੍ਹਾਂ ਦੇ ਮੰਮੀ ਡੈਡੀ ਭੈਣ ਭਰਾ ਜਿਹੜੇ ਸਕੇ ਬਲੱਡ ਰਿਲੇਸ਼ਨ ਨੂੰ ਲੈ ਕੇ ਉੱਥੇ ਰਹਿੰਦੇ ਆ, ਜਾਂ ਤੁਹਾਡੇ ਕੋਈ ਉੱਥੇ ਬਹੁਤ ਜ਼ਿਆਦਾ ਕੋਈ ਮਿਸ ਹੈਪਨਿੰਗ ਹੋਈ ਹੈ, ਕਿਸੇ ਦੀ ਡੈਥ ਹੋਈ ਹੈ, ਕਿਸੇ ਦਾ ਫਿਊਨਰਲ ਆ, ਤਾਂ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ। ਉਹਦੇ 'ਚ ਰਿਸ਼ਤੇਦਾਰੀ ਦੀ ਕੋਈ ਲੋੜ ਨਹੀਂ ਹੈ। ਬਾਕੀ ਰਹੀ ਗੱਲ ਟੂਰਿਸਟ ਵੀਜ਼ਾ ਦੀ, ਟੂਰਿਸਟ ਵੀਜ਼ਾ ਜਿੱਦਾਂ ਡੇ ਬਾਏ ਡੇ ਹੁਣ ਸਟੂਡੈਂਟ ਵੀਜ਼ਾ ਸ਼ੁਰੂ ਹੋਏ ਆ, ਵਰਕਰ ਵੀਜ਼ਾ ਓਪਨ ਨੇ, ਪਲੱਸ ਜਿਹੜੇ ਓਪਨ ਸਪਾਊਸ ਵਰਕ ਪਰਮਿਟ ਵਾਲੇ ਜਾਣਾ ਚਾਹੁੰਦੇ ਹੋ ਓਪਨ ਨੇ। ਰਹੀ ਗੱਲ ਟੂਰਿਸਟ ਵੀਜ਼ਾ ਵੀ ਡੇ ਬਾਏ ਡੇ ਓਪਨ ਹੋ ਜਾਣਾ। ਸੋ ਜਿਨ੍ਹਾਂ ਦੇ ਬਾਇਓਮੈਟ੍ਰਿਕਸ ਹੋਏ ਆ ਉਹ ਅਪਲਾਈ ਕਰ ਸਕਦੇ ਆ। ਜਿਨ੍ਹਾਂ ਦੇ ਬਾਇਓਮੈਟ੍ਰਿਕਸ ਨਹੀਂ ਹੋਏ ਉਹ ਐਸਾ ਜਿਹੜੇ ਟੂਰਿਸਟ ਵੀਜ਼ਾ ਐਪਲੀਕੇਸ਼ਨ ਜਿਹੜੇ ਆ ਉਹ ਡਿਲੇਡ ਨੇ, ਪਰ ਇਹ ਨਹੀਂ ਹੈਗਾ ਵੀ ਵੀਜ਼ਾ ਹੋ ਨਹੀਂ ਰਿਹਾ ਜਾਂ ਆਪਾਂ ਅਪਲਾਈ ਨਹੀਂ ਕਰ ਸਕਦੇ। ਰਹੀ ਗੱਲ ਜਿਹੜੇ ਕੋਈ ਉੱਥੋਂ ਕੈਨੇਡਾ ਤੋਂ ਆਏ ਹੋਏ ਆ, ਜਿੱਦਾਂ ਵਰਕਰ ਵੀਜ਼ਾ ਵਾਲੇ ਆਏ ਹੋਏ ਆ ਜਾਂ PR ਜਿਹਨਾਂ ਨੇ ਐਕਸਪ੍ਰੈਸ ਐਂਟਰੀ ਲਈ ਹੋਈ ਆ, ਵੀਜ਼ਾ ਲੈ ਕੇ ਆ ਪਰ ਜਾ ਨਹੀਂ ਸਕਦੇ। ਟੂਰਿਸਟ ਵੀਜ਼ੇ ਵਾਲੇ ਆ, ਟੂਰਿਸਟ ਵੀਜ਼ਾ ਹੈਗਾ ਪਰ ਜਾ ਨਹੀਂ ਸਕਦੇ। ਸੋ ਕਿੱਦਾਂ ਜਾ ਸਕਦੇ ਆ, ਕੀ ਕਰ ਸਕਦੇ ਆ, ਕਿਹੜੇ ਰਿਲੇਸ਼ਨ ਦੇ ਨਾਲ ਅਸੀਂ ਜਾ ਸਕਦੇ ਆ, ਟਰੈਵਲ ਆਥੋਰਾਈਜੇਸ਼ਨ ਮਿਲ ਸਕਦੀ ਆ ਨਹੀਂ ਮਿਲ ਸਕਦੀ ਆ, ਉਹ ਜ਼ਿਆਦਾ ਬੈਟਰ ਆ ਕਿ ਆਫਿਸ ਆ ਕੇ ਇੱਕ ਵਾਰੀ ਡੀਟੇਲ ਜਿਹੜੀ ਆ ਉਹ ਡਿਸਕਸ ਕਰਨ। ਦੈਟ ਇਜ਼ ਫਾਸਟ।